ਵਾਹਿਗੁਰੂ ਜੀ। ਹਾਂਜੀ ਭਾਈ, ਹੈਗਾ ਕੋਈ ਘਰੇ? ਸਤਨਾਮ ਵਾਹਿਗੁਰੂ ਜੀ। ਕੋਈ ਰਸਦ, ਬ੍ਰੈਡ, ਮੈਡੀਸਨ ਚਾਹੀਦੀ ਆ ਉਹ ਦੱਸੋ ਕਿਰਪਾ ਕਰਕੇ, ਉੱਪਰ ਹੀ ਪਹੁੰਚਾ ਦਿੰਦੇ ਆ। ਪਾਣੀ ਹੈਗਾ ਕੋਠੀ ਜੀ ਕੋਈ? ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇ ਵਾਰਿਸ ਤੇ ਭਾਈ ਮਰਦਾਨਾ ਦੇ ਵਾਰਿਸ ਮਿਲ ਕੇ ਉਹੀ ਸਾਂਝ ਪਹਿਰਾ ਹੁੰਦੇ ਹੋਏ ਅੱਜ ਇਕੱਠੇ ਹੋ ਕੇ ਉਹਨਾਂ ਲੋੜਵੰਦ ਲੋਕਾਂ ਦੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹਨਾਂ ਦੇ ਦੁੱਖ ਦਰਦ 'ਚ ਸ਼ਾਮਲ ਹੋ ਕੇ ਉਹਨਾਂ ਦੀ ਲੋੜਾਂ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਦੇਖੋ ਇਸ ਵੇਲੇ ਜਿਹੜਾ ਹਾਲਾਤ ਨੇ, ਕਾਫੀ ਮੰਦੇ ਹਾਲਾਤ ਹੈਗੇ ਨੇ। ਇਸ ਵੇਲੇ ਲੋਕ ਨੇ ਜਿਹੜੇ ਘਰਾਂ ਦੇ ਉੱਤੇ ਛੱਤਾਂ ਦੇ ਉੱਤੇ ਚੜ੍ਹ ਕੇ ਆਪਣੀਆਂ ਜਾਟਾਂ ਨੇ ਜਿਹੜੀਆਂ ਉਹ ਬਚਾ ਰਹੇ ਨੇ। ਕਰੋੜਾਂ ਰੁਪਏ ਦੀ ਕੋਠੀ ਹੋਏਗੀ, ਅੱਜ ਜਦੋਂ ਕੁਦਰਤੀ ਕਰੋਪੀ ਆਈ ਹੈ ਤੇ ਖਾਲੀ ਹੋ ਚੱਲੀ। ਕੋਈ ਪਤਾ ਨਹੀਂ ਕਦੋਂ ਕਿਹਦੇ ਤੇ ਕੀ ਵਕਤ ਪੈ ਜਾਏ। ਸਾਨੂੰ ਕਿਸੇ ਕਿਸਮ ਦਾ ਜਿਹੜਾ ਹੰਕਾਰ ਹੈ ਉਹ ਆਪਣੇ ਮਨ ਵਿੱਚ ਨਹੀਂ ਲਿਆਉਣਾ ਚਾਹੀਦਾ। ਸਰਕਾਰ ਨੂੰ ਇਹ ਤਸਵੀਰਾਂ ਨਜ਼ਰ ਨਹੀਂ ਆ ਰਹੀਆਂ ਜੀ। ਜੇ ਸਮਾਜ ਸੇਵੀ ਸੰਸਥਾਵਾਂ ਨੇ ਪੰਜਾਬ ਨੂੰ ਸਾਂਭਣਾ ਹੈ ਤਾਂ ਫਿਰ ਸਰਕਾਰ ਕਾਹਦੇ ਵਾਸਤੇ ਹੈ ਜੀ? ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ। ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਸਿੱਖ ਮੁਸਲਿਮ ਸਾਂਝਾਂ ਜਿਸ ਦੀ ਕੜੀ ਡਾਕਟਰ ਨਸੀਰ ਅਖਤਰ ਹੋਰਾਂ ਨੇ 18-20 ਸਾਲ ਪਹਿਲਾਂ ਜਿਹੜੇ ਬੀਜ ਹੈਗੇ ਨੇ ਉਹ ਬੀਜੇ ਸੀ। ਅੱਜ ਉਹ ਬੀਜ ਨੇ ਜਿਹੜੇ ਇੱਕ ਵੱਡਾ ਦਰਖਤ ਬਣ ਚੁੱਕਿਆ ਹੈ। ਪਹਿਲਾਂ ਬੂਟਾ ਬਣਿਆ, ਪੌਦਾ ਬਣਿਆ ਤੇ ਅੱਜ ਦਰਖਤ ਬਣ ਕੇ ਮਾਨਵਤਾ ਦੀ ਸੇਵਾ ਦੇ ਵਿੱਚ, ਪੀੜਤਾਂ ਦੀ ਸੇਵਾ ਦੇ ਵਿੱਚ ਜਿਹੜਾ ਉਹ ਲੱਗੇ ਹੋਏ ਨੇ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ। ਇਸ ਵੇਲੇ ਅਸੀਂ ਗੁਰਦੁਆਰਾ ਬੜੂ ਸਾਹਿਬ ਜਿਹੜਾ ਟਰਸਟ ਹੈਗਾ ਉਹਨਾਂ ਕਰਕੇ ਅੱਜ ਕਿਸ਼ਤੀ ਦੇ ਵਿੱਚ ਅਸੀਂ ਸਵਾਰ ਹੋ ਕੇ ਸੇਵਾ ਕਰਨ ਦਾ ਜਿਹੜਾ ਮੌਕਾ ਹੈ ਉਹ ਹੜ੍ਹ ਪੀੜਤਾਂ ਦੇ ਲੋਕ ਜਿਹੜੇ ਹੜ੍ਹਾਂ ਦੇ ਤਸਵੀਰਾਂ ਤੁਸੀਂ ਇੱਕ ਵਾਰ ਦੇਖ ਲਓ। ਉਸ ਤੋਂ ਬਾਅਦ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਇਹ ਕੀ ਹੈ। ਇਹ ਉਹ ਡੇਰੇ ਨੇ ਜਿੱਥੇ 200-300 ਪਰਿਵਾਰ ਹੈਗਾ ਜਿਹੜਾ ਇੱਥੇ ਫਸਿਆ ਹੋਇਆ। ਪਰ ਸਿੱਖ ਮੁਸਲਿਮ ਸਾਂਝਾਂ ਫਾਊਂਡੇਸ਼ਨ ਜਿਹੜੇ ਮਲੇਰਕੋਟਲਾ ਦੇ ਡਾਕਟਰ ਨਸੀਰ ਅਖਤਰ ਹੈਗੇ ਨੇ ਉਹ ਸਾਡੇ ਨਾਲ ਨੇ। ਦਰਬਾਰੇ ਖਾਲਸਾ ਦੇ ਭਾਈ ਹਰਜਿੰਦਰ ਸਿੰਘ ਮਾਝੀ ਜੀ ਸਾਡੇ ਨਾਲ ਨੇ, ਜਿਹੜੇ ਜਿਸ ਤਰੀਕੇ ਨਾਲ ਗੁਰੂ ਸਾਹਿਬ ਦੇ ਨਾਲ, ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਰਹਿੰਦਾ ਸੀ, ਉਸੇ ਤਰੀਕੇ ਨਾਲ ਮੈਨੂੰ ਲੱਗਦਾ ਕਿ ਜਿਹੜੀ ਜੋੜੀਆਂ ਹੈਗੀਆਂ ਨੇ, ਜਿਹੜੀ ਪਿਰਤ ਹੈ ਗੁਰੂ ਸਾਹਿਬ ਨੇ ਪਾਈ, ਉਹ ਹੁਣ ਲੋਕਾਂ ਦੇ ਦੁੱਖ ਦਰਦ ਵੀ ਵੰਡਾਉਣ ਲੱਗੇ ਨੇ। ਸਾਡੇ ਨਾਲ ਡਾਕਟਰ ਨਸੀਰ ਅਖਤਰ ਸਾਹਿਬ ਨੇ ਜਿਹੜੇ ਇਸ ਵੇਲੇ ਮਲੇਰਕੋਟਲੇ ਦੀ ਨੁਮਾਇੰਦਗੀ ਕਰ ਰਹੇ ਨੇ। ਇਹ ਸਾਰਾ ਸਮਾਨ ਹੈ, ਸੁੱਕਾ ਰਾਸ਼ਨ ਹੈ ਜਿਹਦੇ ਵਿੱਚ ਛੋਲੇ ਨੇ, ਮੈਡੀਸਨ ਵੀ ਹੈ, ਸੈਨੀਟਰੀ ਪੈਡਸ ਦੀ ਵੀ ਜਿਹੜੀ ਗੱਲਬਾਤ ਹੋ ਰਹੀ ਸੀ, ਮੰਗ ਆ ਰਹੀ ਸੀ, ਉਹ ਵੀ ਹੈ, ਦਵਾਈਆਂ ਵੀ ਨੇ, ਜਰਨਲ ਮੈਡੀਸਨ ਵੀ ਹੈ। ਸਾਡੇ ਨਾਲ ਜਿਹੜੇ ਡਾਕਟਰ ਨਸੀਰ ਅਖਤਰ ਸਾਹਿਬ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਤੁਸੀਂ ਜਾ ਰਹੇ ਹੋ ਲਗਾਤਾਰ, ਪਿਛਲੇ ਕਈ ਦਿਨਾਂ ਤੋਂ ਤੁਹਾਡੀ ਟੀਮ ਹੈਗੀ ਹੈ ਜਿਹੜੀ ਰੈਸਕਿਊ ਕਰਨ ਦੇ ਵਿੱਚ ਲੱਗੀ ਹੋਈ ਹੈ। ਲੋਕਾਂ ਤੱਕ ਘਰ ਘਰ ਕਿਸ਼ਤੀਆਂ ਦੇ ਵਿੱਚ ਬੈਠ ਕੇ ਟਰੈਕਟਰਾਂ ਦੇ ਰਾਹੀਂ ਜਿਹੜਾ ਰਾਸ਼ਨ ਹੈ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕਿੰਨੇ ਕੁ ਲੋਕ ਦੁਖੀ ਨੇ ਔਰ ਕੀ ਹੋਰ ਲੋੜਾਂ ਹੈਗੀਆਂ ਨੇ ਇੱਥੇ ਦੀਆਂ? शुरू करता हाँ रब के नाम नाल जड़ा सब पर मेहरबान, बहुत मेहरबान है। जीना तो है उसी का जिसने ये राज जाना, जीना तो है उसी का जिसने ये राज जाना, है काम आदमी का औरों के काम आना। अपने जी है वो तो कहते हैं बगैर जी पूंछ तो गाय होंगी भी अपनी मक्खी का उड़ा लेंदी है। असल तो इंसान की जिम्मेदारी है कि दूसरे के काम आए। अज पंजाब जड़ा हड़ नाल पीड़ जूझ रहा है, चारों पासे पानी पानी होया पिया, लोग बेघर हो गए, डंगर चारे बगैर मर रहे हैं, लोग प्यासे ने। ये सानू सारिਆਂ ਨੂੰ हर चीज़ तो उपर उठ के इंसानियत ਲਈ ਅੱਗੇ ਆਉਣਾ ਚਾਹੀਦਾ ਹੈ ਤੇ ਉਸੇ ਚੀਜ਼ ਨੂੰ ਮੁੱਖ ਰੱਖ ਕੇ ਅਸੀਂ ਪਹਿਲਾਂ ਤਾਂ ਵੀ ਕਰਦੇ ਆ ਨਾ। 2000 ਜਦੋਂ 19 ਚ ਹੜ੍ਹ ਆਏ ਨੇ ਤਾਂ ਅਸੀਂ ਦਰਬਾਰੇ ਖਾਲਸਾ ਸਿੱਖ ਨੂੰ ਸਾਂਝਾਂ, ਜਿਵੇਂ ਤੁਸੀਂ ਸਹੀ ਕਿਹਾ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇ ਵਾਰਿਸ ਤੇ ਭਾਈ ਮਰਦਾਨਾ ਦੇ ਵਾਰਿਸ ਮਿਲ ਕੇ ਉਹੀ ਸਾਂਝ ਪਹਿਰਾ ਹੁੰਦੇ ਹੋਏ ਅੱਜ ਇਕੱਠੇ ਹੋ ਕੇ ਉਹਨਾਂ ਲੋੜਵੰਦ ਲੋਕਾਂ ਦੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹਨਾਂ ਦੇ ਦੁੱਖ ਦਰਦ 'ਚ ਸ਼ਾਮਲ ਹੋ ਕੇ ਉਹਨਾਂ ਦੀ ਲੋੜਾਂ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਸੇ ਮਕਸਦ ਨੂੰ ਮੁੱਖ ਰੱਖ ਕੇ ਸਿੱਖ ਨੂੰ ਸਾਂਝਾਂ ਪਿਛਲੇ ਕਈ ਦਿਨਾਂ ਤੋਂ ਖੁਸ਼ਕ ਜਿਹੜਾ ਰਾਸ਼ਨ ਹੈ, ਜਿਵੇਂ ਚਨੇ ਨੇ, ਬ੍ਰੈਡ ਨੇ, ਬਿਸਕਿਟਸ ਨੇ, ਪਾਣੀ ਹੈ ਤੇ ਓਡੋਮੋਸ ਹੈ, ਮੋਮਬੱਤੀਆਂ ਨੇ, ਕਿਉਂਕਿ ਇਹਦੇ ਪਾਣੀ ਕਰਕੇ ਬਿਜਲੀ ਦਾ ਸੰਪਰਕ ਟੁੱਟ ਚੁੱਕਿਆ ਹੈ
ਤਾਂ ਉਹਨਾਂ ਤੱਕ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਬੜੂ ਸਾਹਿਬ ਵਾਲਿਆਂ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ ਇਹ ਯਾਨੀ ਕਿ ਸਾਧਨ ਮੁਹੱਈਆ ਕਰਾਇਆ, ਔਰ ਇਹ ਬਹੁਤ ਦੇਰ ਤੋਂ ਕੋਸ਼ਿਸ਼ ਕਰ ਰਹੇ ਤੇ ਇਸੇ ਕਰਕੇ ਅੱਜ ਕਸ਼ਤੀ ਦੇ ਰਾਹੀਂ ਅਸੀਂ ਉਹਨਾਂ ਡੇਰਿਆਂ ਜਿੱਥੇ ਤੱਕ ਕੋਈ ਇਮਦਾਦ ਪਹੁੰਚ ਹੀ ਨਹੀਂ ਰਹੀ, ਕਿਉਂਕਿ ਪਿੰਡ ਤਾਂ ਜੁੜੇ ਹੁੰਦੇ ਨੇ ਕਿਸੇ ਨਾ ਕਿਸੇ ਲਿੰਕ 'ਚ। ਇਹ ਉਹ ਡੇਰੇ ਨੇ ਜਿੱਥੇ 2-2 4-4 ਘਰ ਨੇ ਜਿੱਥੇ ਕੋਈ ਸੰਪਰਕ ਹੀ ਨਹੀਂ ਹੈਗਾ। ਆ ਦੇਖੋ ਤੁਸੀਂ ਇੱਥੇ 9-10 ਫੁੱਟ ਪਾਣੀ ਹੈ ਤੇ ਇਹਨਾਂ ਦਾ ਕੋਈ ਆਪਸ ਵਿੱਚ ਸਾਧਨ ਨਹੀਂ ਹੈ ਜੁੜਨ ਦਾ, ਤੇ ਉੱਥੇ ਅਸੀਂ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਉਹਨਾਂ ਤੱਕ ਇਹ ਜਿਹੜੀ ਜ਼ਰੂਰੀ ਚੀਜ਼ਾਂ ਨੇ ਉਹ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਉਂਕਿ ਇਹ ਦੇਖੋ ਇਹ ਸਾਡੀ ਸਾਂਝ ਹੈ, ਜਿਵੇਂ ਪਹਿਲਾਂ ਕਿਹਾ ਉਸੇ ਹੀ ਪਲ ਜਨਮਿਆ ਕਾਲੂ ਦੇ ਘਰ ਬਾਲ, ਮਾਤਾ ਤਿਰਪਤਾ ਹੋ ਗਈ ਤੱਕਣ ਸਾਰ ਨਿਹਾਲ, ਲਾਇਆ ਦਾਈ ਦੌਲਤਾਂ ਚੁੱਕ ਲੇਜੇ ਨਾਲ, ਕੋਸੇ ਪਾਣੀ ਨਾਲ ਫਿਰ ਦਿੱਤਾ ਤੁਰਤ ਨਿਹਾਲ, ਪੱਟ ਦੇ ਵਿੱਚ ਲਪੇਟਿਆ ਕੀਤੀ ਤੁਰਤ ਸੰਭਾਲ, ਫਿਰ ਬਿਸਮਿਲ੍ਲਾ ਆ ਕੇ ਦਿੱਤਾ ਸ਼ਹਿ ਚਟਾਲ। ਸਾਡੀਆਂ ਸਾਂਝਾਂ ਤਾਂ ਉਸ ਵੇਲੇ ਦੇ ਨੇ ਜਦੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦਾ ਇਸ ਸੰਸਾਰ 'ਚ ਆਗਮਨ ਹੋਇਆ ਸੀ, ਤਾਂ ਇੱਕ ਮੁਸਲਮਾਨ ਦਾਈ ਦੌਲਤਾਂ ਨੇ ਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਗੁੜਤੀ ਦਿੱਤੀ ਸੀ। ਯਾਨੀ ਦੂਜੇ ਸ਼ਬਦਾਂ ਵਿੱਚ ਗੁਰੂ ਸਾਹਿਬ ਦੀ ਮਾਤਾ ਤੋਂ ਪਹਿਲਾਂ, ਦੁੱਧ ਤੋਂ ਪਹਿਲਾਂ ਜੇ ਗੁਰੂ ਸਾਹਿਬ ਦੇ ਸਰੀਰ ਦੇ ਅੰਦਰ ਕੋਈ ਚੀਜ਼ ਗਈ ਤਾਂ ਇੱਕ ਮੁਸਲਮਾਨ ਦਾਈ ਦੌਲਤਾਂ ਦਿੱਤੀ ਹੋਈ ਗੁੜਤੀ ਸੀ। ਉਸ ਵੇਲੇ ਸਾਡੀ ਸਾਂਝਾਂ ਦੀ ਸ਼ੁਰੂਆਤ ਹੋਈ ਹੈ। ਅੱਜ ਉਹ ਸਾਡੀਆਂ ਸਾਂਝਾਂ ਅੱਗੇ ਚੱਲ ਰਹੀਆਂ ਨੇ। ਬਾਕੀ ਅੱਛੇ ਬੁਰੇ ਲੋਕ ਹਰ ਕੌਮ 'ਚ ਹੁੰਦੇ ਨੇ, ਕਿਸੇ ਬੰਦੇ ਦੀ ਬੁਰਾਈ ਨੂੰ ਅਸੀਂ ਪੂਰੀ ਕੌਮ ਨਾਲ ਜੋੜ ਕੇ ਨਹੀਂ ਦੇਖ ਸਕਦੇ, ਕਿਉਂਕਿ ਗੁਰਬਾਣੀ ਵੀ ਇਹੀ ਕਹਿੰਦੀ ਹੈ, ਆਸਾ ਮਹੱਲਾ 5ਵਾਂ ਅੰਗ 406 ਤੇ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀ ਕਿਸੇ ਥਾਏ। ਕਿਸੇ ਇੱਕ ਦੇ ਕੀਤੇ ਦੋਸ਼ ਦੂਜੇ ਨੂੰ ਫੜਨਾ ਕੋਈ ਯੋਗ ਤੇ ਚੰਗੀ ਗੱਲ ਨਹੀਂ ਹੈ। ਜਿਸ ਦਾ ਦੋਸ਼ ਹੋਵੇ ਉਸ ਨੂੰ ਸਜ਼ਾ ਦਿੱਤੀ ਜਾਵੇ, ਕਿਉਂਕਿ ਕਰੇ ਕੋਈ ਭਰੇ ਕੋਈ, ਇਹ ਗੱਲ ਨਿਆਂਪੂਰਵਕ ਨਹੀਂ ਕਹੀ ਜਾ ਸਕਦੀ। ਦੋਵਾਂ ਦੀ ਜਿਹੜੀ ਧਰਮ ਨੇ ਇੱਕ ਰੱਬ ਦੀ ਗੱਲ ਕਰਦੇ ਨੇ, ਦੋਵੇਂ ਇਨਸਾਨੀਅਤ ਦੀ ਗੱਲ ਕਰਦੇ ਨੇ, ਇਨਸਾਨੀਅਤ ਦੀ ਸਮਾਨਤਾ ਦੀ ਬਰਾਬਰਤਾ ਦੀ ਗੱਲ ਕਰਦੇ ਨੇ। ਜਨਮ ਦੇ ਆਧਾਰ ਤੇ ਕੋਈ ਊਚ ਨੀਚ ਨਹੀਂ ਹੈ, ਕਰਮਾਂ ਦੇ ਆਧਾਰ ਤੇ ਊਚ ਨੀਚ ਦੀ ਗੱਲ ਕਰਦੇ ਨੇ, ਤੇ ਅੱਛੇ ਫਲਾਂ ਅੱਛੇ ਕਰਮ ਤੇ ਅੱਛੇ ਫਲ ਦੀ ਗੱਲ ਕਰਦੇ ਨੇ। ਸੋ ਸਾਡੇ ਨਾਲ ਭਾਈ ਮਾਝੀ ਜੀ ਵੀ ਨੇ, ਜਿਹੜੇ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਨੇ ਆਪਣੀ ਬੇਬਾਕੀ ਕਰਕੇ, ਗੱਲ ਕਹਿਣ ਦੀ ਆਦਤ ਕਰਕੇ ਮਸ਼ਹੂਰ ਨੇ। ਉਹ ਵੀ ਜਿਹੜਾ ਸਿੱਖ ਮੁਸਲਿਮ ਸਾਂਝਾਂ ਨਾਲ ਤਾਲਮੇਲ ਕਰਕੇ ਸੇਵਾ ਕਰ ਰਹੇ ਨੇ। ਮਾਝੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ। ਬੜੀ ਦੇਰ ਬਾਅਦ ਤੁਹਾਡੇ ਦਰਸ਼ਨ ਜਿਹੜੇ ਦਰਸ਼ਕਾਂ ਨੂੰ ਹੋ ਰਹੇ ਨੇ। ਧੰਨਵਾਦ ਜੀ, ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਅੱਜ ਇਹ ਬਹੁਤ ਖਤਰਨਾਕ ਸਮਾਂ ਹੈਗਾ। ਮੈਂ ਇੱਥੇ ਹੈਰਾਨ ਆ ਫਰੂਕੀ ਸਾਹਿਬ ਕਿ 3-3 ਮੰਜ਼ਲੀਆਂ ਕੋਠੀਆਂ ਤੱਕ ਜਦੋਂ ਅਸੀਂ ਪਹੁੰਚਦੇ ਹਾਂ, ਜਿਨ੍ਹਾਂ ਲਵੇ ਮਤਲਬ ਕਰੋੜਾਂ ਦੀ ਪ੍ਰਾਪਰਟੀ ਆ, ਤੇ ਜਦੋਂ ਪਹੁੰਚੀਦਾ ਉਹ ਕਹਿੰਦੇ ਨੇ ਵੀ ਸਾਨੂੰ ਵੀ ਚਾਹੀਦਾ ਕੀ ਹੈ, ਕਹਿੰਦੇ ਪਾਣੀ ਦੀ ਲੋੜ ਹੈ। ਸਭ ਤੋਂ ਪਹਿਲੀ ਲੋੜ ਪਾਣੀ ਦੀ ਹੈ। ਅੱਜ ਕਰੋੜਾਂ ਦੀਆਂ ਕੋਠੀਆਂ ਦੇ ਵਿੱਚੋਂ ਵੀ ਪਾਣੀ ਦੀ ਆਵਾਜ਼ ਆ ਰਹੀ ਹੈ। ਮਤਲਬ ਇਹ ਹੈ ਕਿ ਇਨਸਾਨ ਕੋਈ ਵੱਡਾ ਛੋਟਾ ਨਹੀਂ ਹੁੰਦਾ, ਕੋਈ ਪਤਾ ਨਹੀਂ ਕਦੋਂ ਕਿਹਦੇ ਤੇ ਕੀ ਵਕਤ ਪੈ ਜਾਏ। ਸਾਨੂੰ ਕਿਸੇ ਕਿਸਮ ਦਾ ਜਿਹੜਾ ਹੰਕਾਰ ਹੈ ਉਹ ਆਪਣੇ ਮਨ ਵਿੱਚ ਨਹੀਂ ਲਿਆਉਣਾ ਚਾਹੀਦਾ। ਅੱਜ ਇਹੋ ਜਿਹੇ ਹਾਲਾਤਾਂ ਦੇ ਵਿੱਚ ਪੰਜਾਬ ਜਿਹੜਾ ਕਿ ਹਮੇਸ਼ਾ ਵਿਸ਼ਵ ਦੇ ਕੋਨੇ-ਕੋਨੇ 'ਚ ਜਾ ਕੇ ਗੁਰੂ ਘਰ ਦੀਆਂ ਸੇਵਾਵਾਂ ਨਿਭਾਉਂਦਾ ਰਿਹਾ, ਤੇ ਅੱਜ ਵੀ ਉਸੇ ਤਰ੍ਹਾਂ ਜਿਹੜੀਆਂ ਸੇਵਾਵਾਂ ਨੇ ਨਿਭਾਈਆਂ ਜਾ ਰਹੀਆਂ। ਤੁਸੀਂ ਦੇਖੋ ਹੁਣ ਘਰ ਦੇ ਹਾਲਾਤ ਜ਼ਰੂਰ ਦਿਖਾ ਦਿਓ, ਆਪਾਂ ਗੱਲਬਾਤ ਕਰਦੇ ਰਹਾਂਗੇ। ਘਰ ਦੇ ਹਾਲਾਤ ਦੇਖੋ ਤੁਸੀਂ, ਇਸ ਵੇਲੇ ਇਹ ਘਰ ਹੈ ਜਿਹੜਾ ਦੇਖਣ ਨੂੰ ਘਰ ਲੱਗ ਰਿਹਾ, ਪਰ ਇਸ ਵੇਲੇ ਇਹਨੂੰ ਪਾਣੀ ਪੂਰੀ ਤਰ੍ਹਾਂ ਨਿਗਲ ਚੁੱਕਿਆ। ਲੋਕ ਨੇ ਜਿਹੜੇ ਕੋਠਿਆਂ ਦੇ ਉੱਤੇ ਇਸ ਤਪਦੀ ਦੁਪਹਿਰ ਦੇ ਵਿੱਚ, ਤਪਦੀ ਧੁੱਪ ਦੇ ਵਿੱਚ ਦੇਖੋ ਤਰਪਾਲਾਂ ਦਾ ਸਹਾਰਾ ਲੈ ਕੇ ਜਿਹੜਾ ਉਹ ਬੈਠੇ ਹੋਏ ਨੇ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਦੇਖੋ ਇਸ ਵੇਲੇ ਜਿਹੜਾ ਹਾਲਾਤ ਨੇ, ਕਾਫੀ ਮੰਦੇ ਹਾਲਾਤ ਹੈਗੇ ਨੇ। ਇਸ ਵੇਲੇ ਲੋਕ ਨੇ ਜਿਹੜੇ ਘਰਾਂ ਦੇ ਉੱਤੇ ਛੱਤਾਂ ਦੇ ਉੱਤੇ ਚੜ੍ਹ ਕੇ ਆਪਣੀਆਂ ਜਾਨਾਂ ਨੇ ਜਿਹੜੀਆਂ ਉਹ ਬਚਾ ਰਹੇ ਨੇ। ਤਸਵੀਰਾਂ ਤੁਸੀਂ ਦੇਖੋ, ਇੱਥੇ ਕੁਝ ਵੀ ਨਹੀਂ ਹੈ ਆਲੇ ਦੁਆਲੇ, ਨਾ ਕੋਈ ਪਾਣੀ ਦਾ ਪ੍ਰਬੰਧ ਹੈ, ਨਾ ਕੋਈ ਖਾਣ ਪੀਣ ਦਾ ਕੋਈ ਹੋਰ। ਇਹ ਉਹ ਘਰ ਨੇ ਜਿਨ੍ਹਾਂ ਤੱਕ ਜਿਹੜੀ ਸਿੱਖ ਮੁਸਲਿਮ ਸਾਂਝਾਂ ਫਾਊਂਡੇਸ਼ਨ ਹੈਗੀ ਹੈ ਉਹ ਰਾਸ਼ਨ ਮੁਹੱਈਆ ਕਰਾ ਰਹੀ ਹੈ। ਜਿਨ੍ਹਾਂ ਤੱਕ ਮੈਨੂੰ ਲੱਗਦਾ ਕਿ ਤਸਵੀਰਾਂ ਤੁਸੀਂ ਦੇਖੋ ਜਿਹੜੀਆਂ, ਮੈਨੂੰ ਲੱਗਦਾ ਕਿ ਮਾਝੀ ਸਾਹਿਬ ਸਰਕਾਰ ਨੂੰ ਇਹ ਤਸਵੀਰਾਂ ਨਜ਼ਰ ਨਹੀਂ ਆ ਰਹੀਆਂ ਜੀ। ਮੈਂ ਸਾਫ਼ ਲਫ਼ਜ਼ਾਂ 'ਚ ਤੁਹਾਡਿਆਂ 'ਚ ਇਹ ਕਹਿਣਾ ਚਾਹੁੰਦਾ ਕਿ ਤੁਹਾਡੇ ਚੈਨਲ ਰਾਹੀਂ ਸਰਕਾਰ ਬਹੁਤ ਵੱਡੇ ਪੱਧਰ ਤੇ ਡਰਾਮਾ ਕਰਨ ਲੱਗੀ ਹੋਈ ਹੈ। ਮੀਡੀਆ ਦਾ ਵੱਡਾ ਹਿੱਸਾ ਉਹਨਾਂ ਨੇ ਖਰੀਦਿਆ ਹੋਇਆ ਹੈ, ਝੂਠ ਬੋਲ ਰਹੇ ਨੇ, ਡਰਾਮੇ ਕਰ ਰਹੇ ਨੇ। ਸੀਐਮ ਸਾਹਿਬ ਜਾਂ ਮਿਨਿਸਟਰ ਆ ਕੇ ਇੱਕ ਥਾਂ ਤੇ ਖੜ ਜਾਂਦੇ ਨੇ, ਦੇਖੋ ਜੀ ਅਸੀਂ ਤੁਹਾਡੇ ਨਾਲ ਖੜੇ ਹਾਂ। ਵੀ ਤੁਹਾਨੂੰ ਨਾਲ ਖੜਿਆਂ ਨੂੰ ਕੀ ਕਰੀਏ, ਅਸੀਂ ਤੁਹਾਡੇ ਲਵੇ ਸਿਸਟਮ ਹੈ ਸਾਰਾ, ਤੁਸੀਂ ਪ੍ਰਬੰਧ ਕਰੋ, ਸਾਰਾ ਸਿਸਟਮ ਬਣਾਓ। ਇੱਥੇ ਖਨੌਰੀ ਦੀ ਮੈਂ ਗੱਲ ਕਰ ਰਿਹਾ, ਕੱਲ ਵੀ ਇੱਥੇ ਸੇਵਾ ਦੇ ਵਿੱਚ ਸੀ, ਅੱਜ ਵੀ ਮੈਂ ਵੇਖਿਆ। ਮੈਂ ਕਹਿੰਦਾ ਬੜੂ ਸਾਹਿਬ ਵਾਲੇ ਟਰਸਟ ਦੇ ਹਜ਼ਾਰਾਂ ਲੋਕਾਂ ਨੂੰ ਮਤਭੇਦ ਹੋਣਗੇ, ਪਰ ਉਹਨਾਂ ਦਾ ਦੇਣ ਨਹੀਂ ਦਿੱਤਾ ਜਾ ਸਕਦਾ। ਇੱਥੇ ਆ ਵੀਰ ਬੈਠੇ ਨੇ, ਅੱਜ ਭੁੱਖਿਆਂ ਲਈ ਤਾਂ ਉਹੀ ਰੱਬ ਬਣ ਕੇ ਬੌੜੇ ਆ ਨਾ, ਜਿਹੜਾ ਪ੍ਰਸ਼ਾਦਾ ਉਹਨਾਂ ਦੇ ਮੂੰਹ 'ਚ ਪੈ ਜਾਊਗਾ, ਪਾਣੀ ਉਹਦੇ ਮੂੰਹ 'ਚ ਪੈ ਜਾਊਗਾ। ਸੋ ਇਸ ਕਰਕੇ
ਇਹ ਬੜੂ ਸਾਹਿਬ ਟਰਸਟ ਨੇ ਪ੍ਰਬੰਧ ਕੀਤਾ ਕਿਸ਼ਤੀਆਂ ਦਾ। ਨਹੀਂ ਕੀ ਹੋ ਰਿਹਾ, ਪਿੰਡਾਂ ਦੇ ਵਿੱਚ ਮਣਾ ਮੂੰਹੀ ਜਿਹੜਾ ਸਮਾਨ ਇਕੱਠਾ ਕਰਕੇ ਪਹੁੰਚ ਰਿਹਾ ਹੈ। ਇੱਕ ਪਾਸੇ ਜਮਾਖੋਰੀਆਂ ਵੀ ਸ਼ੁਰੂ ਹੋ ਜਾਂਦੀਆਂ ਨੇ, ਅਸੀਂ 2019 ਦੇ ਹੜ੍ਹਾਂ ਮੌਕੇ ਵੇਖਿਆ ਲੋਹੀਆਂ ਖਾਸ ਵਾਲੇ ਪਾਸੇ, ਤੇ ਦੂਜੇ ਪਾਸੇ ਜਿਹੜਾ ਹੈਗਾ ਠੀਕ ਲੋਕਾਂ ਤੱਕ ਪਹੁੰਚਦਾ ਨਹੀਂ। ਸੋ ਇੱਥੇ ਸਹੀ ਤਰੀਕੇ ਨਾਲ ਭੇਜਿਆ ਜਾ ਰਿਹਾ ਤੇ ਮੈਡੀਸਨ ਟੀਮਾਂ, ਮੈਡੀਕਲ ਟੀਮਾਂ ਜਿਹੜੀਆਂ ਨੇ ਵੱਖ-ਵੱਖ ਪਿੰਡਾਂ 'ਚ ਲੱਗੀਆਂ ਸਾਡੀਆਂ ਸੇਵਾਵਾਂ ਦੇ ਵਿੱਚ। ਜਿਹੜੀ ਗੱਲ ਤੁਸੀਂ ਸਰਕਾਰ ਦੀ ਪੁੱਛਦੇ ਸੀ, ਸਰਕਾਰ ਦੀ ਇੱਕ ਵੀ ਵੋਟ ਤੁਹਾਨੂੰ ਪੂਰੇ ਖਨੌਰੀ ਇਲਾਕੇ ਦੇ ਵਿੱਚ ਚੱਲਦੀ ਅੱਜ ਨਹੀਂ ਦਿਖੂਗੀ। ਕੱਲ 2 ਵੋਟਾਂ ਸੀਗੀਆਂ ਜਿਹੜੀਆਂ ਹਵਾ ਵਾਲੀਆਂ ਵੋਟਾਂ ਸੀ, ਉਹ ਵੀ ਸਿਰਫ ਸੜਕ ਦੇ ਉੱਤੇ ਪਈਆਂ ਹੀ ਅਸੀਂ ਵੇਖੀਆਂ ਨੇ ਜਿੰਨਾ ਚਿਰ ਸੇਵਾ 'ਚ ਰਹੇ ਆ, ਉਹ ਵੀ ਨਹੀਂ ਚੱਲੀਆਂ ਤੇ ਅੱਜ ਵੀ ਨਹੀਂ ਚੱਲਦੀਆਂ। ਸੋ ਕੁੱਲ ਮਿਲਾ ਕੇ ਪ੍ਰਸ਼ਾਸਨ ਜਿਹੜਾ ਹੈਗਾ ਉਹ ਸਮਾਜ ਸੇਵੀ ਸੰਸਥਾਵਾਂ ਨਾਲ ਰਾਬਤਾ ਕਰ ਰਿਹਾ ਕਿ ਸਾਨੂੰ ਜੀ ਰਸਦਾਂ ਦਿਓ, ਸਾਨੂੰ ਦੱਸੋ ਕਿ ਅਸੀਂ ਇਧਰਲੇ ਪਾਸੇ ਤੁਸੀਂ ਵੰਡਿਆਓ। ਸੋ ਆਪਣੇ ਵੱਲੋਂ ਕੁਝ ਵੀ ਉਹਨਾਂ ਵੱਲੋਂ ਨਹੀਂ ਹੋ ਰਿਹਾ, ਇਹ ਸੱਚ ਹੈ। ਮਤਲਬ ਜੇ ਸਮਾਜ ਸੇਵੀ ਸੰਸਥਾਵਾਂ ਨੇ ਪੰਜਾਬ ਨੂੰ ਸਾਂਭਣਾ ਹੈ ਤਾਂ ਫਿਰ ਸਰਕਾਰ ਕਾਹਦੇ ਵਾਸਤੇ ਹੈ ਜੀ। ਸੋ ਮੈਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਕਹੂੰਗਾ ਕਿ ਜਿੱਥੇ ਆਪਾਂ ਸੇਵਾ ਦੀ ਡਿਊਟੀ ਨਿਭਾਉਣੀ ਹੈ, ਉੱਥੇ ਜਿਹੜਾ ਸਰਕਾਰ ਜੋ ਉਹਨਾਂ ਦੀਆਂ ਧੱਕੇਸ਼ਾਹੀਆਂ ਨੇ, ਜੋ ਉਹਨਾਂ ਦੀਆਂ ਨਲਾਇਕੀਆਂ ਨੇ, ਇਹ ਵੀ ਉਜਾਗਰ ਕਰੋ। ਇਹ ਆਪਾਂ ਗੁਰੂ ਦੀ ਓਟ ਆਸਰੇ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਚੱਲ ਰਹੀਆਂ ਨੇ, ਆਪ ਮੁਹਾਰੇ ਸੰਗਤ ਪਹੁੰਚ ਰਹੀ ਹੈ। ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਜ਼ਰੂਰ ਦੱਸਦੇ ਹਾਂ ਕਿ ਇੱਕ ਤਾਂ ਮੈਡੀਸਨ ਦੀਆਂ ਲੋੜਾਂ ਹੈਗੀਆਂ ਨੇ, ਜਾਂ ਫਿਰ ਆਪਾਂ ਨੂੰ ਸੁੱਕਾ ਰਾਸ਼ਨ ਜਿਹੜਾ ਸੁੱਕੇ ਰੂਪ ਵਿੱਚ ਹੋਵੇ, ਜਿਹੜਾ ਪਾਣੀ ਸੁੱਕੇ ਰੂਪ 'ਚ ਸਾਰਾ ਕੁਝ ਚਾਹੀਦਾ। ਪਾਣੀ ਤਾਂ ਚਲੋ ਉਹੀ ਹੋਊਗਾ, ਤੇ ਦੁੱਧ ਵੀ ਸੁੱਕਾ ਚਾਹੀਦਾ, ਕਿਉਂਕਿ ਇੱਥੇ ਹੁਣ ਘਰਾਂ ਦੇ ਵਿੱਚ ਜਿਹੜਾ ਹੈ ਉਹ ਲਾਈਟ ਨਹੀਂ ਹੈ, ਫ੍ਰਿਜ ਖੜੇ ਨੇ ਖਰਾਬ ਹੋ ਗਏ, ਪਾਣੀ ਪੈ ਗਿਆ, ਤੇ ਇਹਨਾਂ ਦੇ ਤਾਂ ਮੋਬਾਈਲ ਵੀ ਜਿਹੜੇ ਨੇ ਉਹ ਚਾਰਜ ਨਹੀਂ ਹੋ ਰਹੇ ਕਿ ਆਪਣਾ ਜਿਹੜਾ ਹਾਲਾਤ ਨੇ ਉਹ ਦਿਖਾ ਸਕਣ। ਇਹ ਤੁਹਾਡੇ ਵਰਗੇ ਵੀਰਾਂ ਨੇ, ਹਕੀਕਤ ਟੀਵੀ ਨੇ ਉਪਰਾਲਾ ਕੀਤਾ, ਜਿਹੜੇ ਇੱਥੇ ਵਿੱਚ ਸਾਡੇ ਨਾਲ, ਕਿਉਂਕਿ ਜੇ ਤੁਸੀਂ ਦਿਖਾਓਗੇ ਨਹੀਂ, ਮੈਸੇਜ ਨਹੀਂ ਠੀਕ ਜਾਊਗਾ, ਫਿਰ ਇੱਕ ਪਾਸੇ ਮਣਾ ਮੂੰਹੀ ਅਨਾਜ ਇਕੱਠਾ ਹੋ ਜਾਂਦਾ ਤੇ ਦੂਜੇ ਪਾਸੇ ਕੋਈ ਪਹੁੰਚਦਾ ਨਹੀਂ। ਸੋ ਇਸ ਕਰਕੇ ਤੁਹਾਡੀ ਵੀ ਬੜੀ ਸੇਵਾ ਹੈ। ਗੁਰੂ ਸਾਹਿਬ ਪਾਤਸ਼ਾਹ ਬਖਸ਼ਿਸ਼ ਕਰਨ ਕਿ ਛੇਤੀ ਇਹ ਹਾਲਾਤ ਜਿਹੜੇ ਨੇ ਠੀਕ ਹੋਣ। ਔਰ ਇੱਥੇ ਮੈਂ ਦੱਸਣਾ ਚਾਹੁੰਦਾ, ਚਾਰੇ ਦੀ ਬਹੁਤ ਵੱਡੀ ਲੋੜ ਹੈ ਜੀ, ਕਿਉਂਕਿ ਸਾਰੇ ਪਾਸੇ ਪਾਣੀ ਫਿਰਨ ਕਰਕੇ ਜਿਹੜਾ ਚਾਰਾ ਹੈ ਉਹ ਡੰਗਰਾਂ ਦਾ ਚਾਰਾ ਬਿਲਕੁਲ ਨਹੀਂ ਹੈ, ਤਾਂ ਇਹਦੀ ਬੜੀ ਵੱਡੀ ਲੋੜ ਹੈਗੀ ਹੈ। ਸੋ ਇਸ ਪਾਸੇ ਵੀ ਨੌਜਵਾਨ ਸਾਰੇ ਧਿਆਨ ਦੇਣ। ਜੀ 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 ਮੈਨੂੰ ਤੁਹਾਨੂੰ ਲੱਗਦਾ ਨਹੀਂ ਕਿ ਜਿਸ ਤਰੀਕੇ ਨਾਲ ਇੱਥੇ ਅਸੀਂ ਸਾਂਝ ਦੀ ਵੀ ਗੱਲ ਕਰਦੇ ਹਾਂ, ਅੱਜ ਇੱਕ ਪਾਸੇ ਮਰਦਾਨਾ ਬੈਠਾ ਤੇ ਦੂਸਰੇ ਪਾਸੇ ਜਿਹੜੇ ਗੁਰੂ ਸਾਹਿਬ ਦੇ ਵਾਰਿਸ ਬੈਠੇ ਨੇ, ਤਾਂ ਇੱਕ ਪਾਸੇ ਮਰਦਾਨਾ ਦੇ ਵਾਰਿਸ ਬੈਠੇ ਨੇ। ਜੇ ਇਸੇ ਤਰੀਕੇ ਨਾਲ ਦੋ ਹੱਥ ਏਕਤਾ ਦੇ ਵਿੱਚ ਬਲ ਅਸੀਂ ਅਕਸਰ ਕਹਿੰਦੇ ਆ, ਮੈਨੂੰ ਲੱਗਦਾ ਨਹੀਂ ਕਿ ਇਸ ਕੁਦਰਤੀ ਕਰੋਪੀ ਨੇ ਹੋਰ ਨੇੜੇ ਲਿਆਂਦਾ ਸਾਨੂੰ ਮਾਜੀ ਸਾਹਿਬ। ਬਿਲਕੁਲ ਜੀ, ਦੇਖੋ ਅਸੀਂ ਤਾਂ ਵੈਸੇ ਸਾਡੇ ਗੁਰੂ ਸਾਹਿਬ ਨੇ ਜੋ ਸਿਖਾਤਾ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਾਈ। ਅਸੀਂ ਸਾਰੇ ਮਤਲਬ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਆ। ਗੁਰੂ ਨਾਨਕ ਸਾਹਿਬ ਜਾਂ ਭਾਈ ਮਰਦਾਨਾ ਸਾਹਿਬ ਦੇ ਚਰਨਾਂ ਦੀ ਧੂੜ ਦਾ ਕਿਣਕਾ ਵੀ ਨਹੀਂ, ਪਰ ਅਸੀਂ ਉਹਨਾਂ ਯਤਨ ਕਰ ਰਹੇ ਹਾਂ ਜੋ ਉਹਨਾਂ ਨੇ ਰਾਹ ਦਿਖਾਇਆ ਉਹਦੇ ਮੁਤਾਬਕ ਚੱਲ ਸਕੀਏ। ਕਿਉਂਕਿ ਵੇਖੋ ਮੈਂ ਦੱਸਣਾ ਚਾਹੁੰਦਾ ਕਿ ਜਦੋਂ 1597 ਦੇ ਵਿੱਚ ਲਾਹੌਰ 'ਚ ਕਾਲ ਪੈ ਗਿਆ ਸੀ, ਉਸ ਵਕਤ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਸਾਰੇ ਕਾਰਜ ਬੰਦ ਕਰਕੇ ਲਾਹੌਰ ਦੇ ਵਿੱਚ ਵੈਦਾਂ ਹਕੀਮਾਂ ਨੂੰ ਨਾਲ ਲੈ ਕੇ ਰਸਤਾਂ ਵਸਤਾਂ ਪ੍ਰਸ਼ਾਦਾ ਪਾਣੀ ਨਾਲ ਲੈ ਕੇ ਪਹੁੰਚੇ ਸੀ। ਸੇਵਾਵਾਂ ਉਹਨਾਂ ਨੇ ਨਿਭਾਈਆਂ 8 ਮਹੀਨੇ। ਇਸੇ ਗੱਲ ਤੋਂ ਪ੍ਰਭਾਵਿਤ ਹੋਇਆ ਅਕਬਰ ਉਹਨਾਂ ਕੋਲ ਆਇਆ ਸੀਗਾ। ਤੇ ਤੁਸੀਂ ਦਿਖਾਓ ਜੀ। ਜੀ 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 ਬਿਲਕੁਲ, ਤੁਸੀਂ ਹਾਲਾਤ ਦੇਖੋ ਇਸ ਵੇਲੇ ਕਿਹੜੇ ਹਾਲਾਤ ਨੇ। ਦੇਖੋ ਤਸਵੀਰਾਂ ਇਸ ਵੇਲੇ ਜਿਹੜੀਆਂ ਇਹ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਇਹ ਕਰੋੜਾਂ ਰੁਪਏ, ਮੈਨੂੰ ਲੱਗਦਾ ਕਿ ਕਰੋੜਾਂ ਰੁਪਏ ਦੀ ਕੋਠੀ ਹੋਏਗੀ ਜਿਹੜੀ ਇਸ ਵੇਲੇ ਸੁੰਨੀ ਪਈ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ। ਹਾਂਜੀ, ਵਾ ਖਾਲਸਾ ਫਤਿਹ ਜੀ। ਵਾਹਿਗੁਰੂ ਜੀ। ਹਾਂਜੀ ਭਾਈ, ਹੈਗਾ ਕੋਈ ਕਰੇ? ਸਤਨਾਮ ਵਾਹਿਗੁਰੂ ਜੀ। ਕੋਈ ਰਸਦ, ਬ੍ਰੈਡ, ਮੈਡੀਸਨ ਚਾਹੀਦੀ ਆ ਉਹ ਦੱਸੋ ਕਿਰਪਾ ਕਰਕੇ, ਉੱਪਰ ਹੀ ਪਹੁੰਚਾ ਦਿੰਦੇ ਆ। ਪਾਣੀ ਹੈਗਾ ਕੋਠੀ ਜੀ ਕੋਈ? ਮੇਰਾ ਖਿਆਲ ਬਹੁਤੇ ਲੋਕ ਕਿਉਂਕਿ ਚਲੇ ਗਏ ਨੇ, ਕੋਈ ਟਾਵਾਂ ਜ਼ਰੂਰ ਮਿਲਦਾ ਜਿਹੜੇ ਫਸੇ ਹੋਏ ਨੇ ਵਿੱਚ। ਤੁਸੀਂ ਇੱਕ ਗੱਲ ਤਾਂ ਬੜੀ ਨੋਟ ਕਰਨ ਵਾਲੀ ਹੈ ਮਾਜੀ ਸਾਹਿਬ, ਦੇਖੋ ਕਰੋੜਾਂ ਰੁਪਏ ਦੀ ਕੋਠੀ ਹੋਏਗੀ, ਅੱਜ ਜਦੋਂ ਕੁਦਰਤੀ ਕਰੋਪੀ ਆਈ ਹੈ ਤੇ ਖਾਲੀ ਹੋ ਚਲੀ ਹੈ। ਬਿਲਕੁਲ ਜੀ, ਜਿਹੜਾ ਗੁਰੂ ਸਾਹਿਬ ਨੇ ਬਾਣੀ 'ਚ ਕਿਹਾ ਜੈਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ, ਇਹ ਤਾਂ ਹਕੀਕਤ ਹੈ। ਸੋ ਸਾਨੂੰ ਇਹੋ ਜਿਹੇ ਸਮਿਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਕਿਸੇ ਕਿਸਮ ਦਾ ਜਿਹੜਾ ਈਗੋ ਨਹੀਂ ਚਾਹੀਦੀ, ਹਉਮੈ ਹੰਕਾਰ ਨਹੀਂ ਚਾਹੀਦਾ। ਸਾਨੂੰ ਜਿਹੜਾ ਆਪਾਂ ਮਿਟਾ ਕੇ ਪ੍ਰਮਾਤਮਾ ਦੀ ਭੈ ਭਾਵਨੀ ਵਿੱਚ ਰਹਿ ਕੇ ਗੱਲ ਗੁਰੂ ਦੀ ਕਰਨੀ ਚਾਹੀਦੀ ਹੈ। ਮੈਂ ਉਹ ਗੱਲ ਜਿਹੜੀ ਕਹਿ ਰਿਹਾ ਸੀ ਦੱਸਦੇ ਹਾਂ ਕਿ 1598 'ਚ ਅਕਬਰ ਜਦੋਂ ਗੁਰੂ ਅਰਜਨ ਸਾਹਿਬ ਕੋਲ ਆਇਆ, ਕਹਿੰਦਾ ਮੈਂ ਤੁਹਾਡੀਆਂ ਖੁਸ਼ੀਆਂ ਲੈਣੀਆਂ ਨੇ, ਕਿਰਪਾ ਕਰੋ। ਤਾਂ ਉਸ ਵਕਤ ਜਿਹੜਾ
ਗੁਰੂ ਸਾਹਿਬ ਨੇ ਕਿਹਾ ਸੀ ਕਿਸਾਨ ਆਰਥਿਕ ਤੌਰ ਤੇ ਬਹੁਤ ਮੰਦਹਾਲੀ 'ਚ ਨੇ, ਉਹਨਾਂ ਦੀ ਸੇਵਾ ਜਿਹੜੀ ਕਰ ਉਹਨਾਂ ਦਾ ਮਾਮਲਾ ਮਾਫ ਕਰ ਦੇ। ਸੋ ਉੱਥੋਂ ਸੇਧ ਲੈ ਕੇ ਮੈਂ ਬਾਬਿਆਂ ਨੂੰ, ਪ੍ਰਚਾਰਕਾਂ ਨੂੰ, ਸਾਰਿਆਂ ਨੂੰ ਕਹਿਣਾ ਕਿ ਹੁਣ ਆ ਜਾਓ ਗਰਾਊਂਡ ਦੇ ਉੱਤੇ, ਕਥਾ ਪ੍ਰਚਾਰ ਸਾਰਾ ਕੁਝ ਉਹ ਬਾਅਦ 'ਚ ਕਰਾਂਗੇ ਜਦੋਂ ਮਾਹੌਲ ਠੀਕ ਹੋ ਗਿਆ। ਆ ਬੜੂ ਸਾਹਿਬ ਵਾਲੇ ਬਾਬੇ ਜਿਵੇਂ ਬਾਹਰ ਨਿਕਲੇ ਆਏ ਤੇ ਇੱਥੇ ਸੇਵਾ ਨਿਭਾ ਰਹੇ ਆ, ਬਾਕੀ ਬਾਬਿਆਂ ਨੂੰ ਵੀ ਬੇਨਤੀ ਕਰਦਾ ਕਿ ਹੁਣ ਆ ਜਾਓ ਭੋਰਿਆਂ 'ਚੋਂ ਬਾਹਰ ਨਿਕਲ ਕੇ ਇੱਥੇ ਭਗਤੀ ਕਰੋ। ਅਸਲ ਭਗਤੀ ਜਿਹੜੀ ਹੁਣ, ਕਿਉਂਕਿ ਮਨੁੱਖਤਾ ਦੀ ਸੇਵਾ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਵੈਸਣ ਪਾਈ ਹੈ, ਇਹ ਬਹੁਤ ਵੱਡੀ ਸੇਵਾ ਹੈ। ਸੇ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਡਟਣਾ ਚਾਹੀਦਾ। ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨੇ ਬਹੁਤ ਵੱਡੀ ਸੇਵਾ ਨਿਭਾਈ ਹੈ ਔਰ ਮਸਤੂਆਣਾ ਸਾਹਿਬ ਦੇ ਵਿੱਚੋਂ ਵੀ ਰੋਜ਼ਾਨਾ ਜਿਹੜਾ ਉੱਥੇ ਅਕਾਲ ਕਾਲਜ ਕੌਂਸਲ ਬਣੀ ਹੋਈ ਹੈ, ਲੱਖਾਂ ਦੀ ਤਾਦਾਦ ਵਿੱਚ ਜਿਹੜੇ ਲੋਕਾਂ ਤੱਕ, ਹਜ਼ਾਰਾਂ ਦੀ ਤਾਦਾਦ ਵਿੱਚ ਮੈਂ ਕਹਿ ਸਕਦਾ, ਪਹਿਲਾਂ ਕਰੋਨਾ ਕਾਲ 'ਚ ਲੱਖਾਂ ਤੱਕ, ਹਜ਼ਾਰਾਂ ਦੀ ਤਾਦਾਦ ਵਿੱਚ ਉਹਨਾਂ ਨੇ ਵੀ ਪ੍ਰਸ਼ਾਦਾ ਪਾਣੀ ਪਹੁੰਚਾਇਆ। ਔਰ ਹੁਣ ਜਿਹੜੀ ਲੇਟੈਸਟ ਝੋਨੇ ਦੀਆਂ ਜਿਹੜੀਆਂ ਕਿਸਮਾਂ ਨੇ ਉਹਦੇ ਲਈ ਬੜੂ ਸਾਹਿਬ ਟਰੱਸਟ ਨੇ, ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਨੇ, ਹੋਰ ਸੰਸਥਾਵਾਂ ਨੇ ਜਿਹੜਾ ਮਿਲ ਕੇ ਪਨੀਰੀ ਤਿਆਰ ਕੀਤੀ ਹੈ। ਇਹ ਵੀ ਤੁਹਾਡੇ ਮਾਧਿਅਮ ਰਾਹੀਂ ਬੜਾ ਜ਼ਰੂਰੀ ਸੁਨੇਹਾ ਹੈ ਕਿਸਾਨ ਵੀਰਾਂ ਤੱਕ ਕਿ ਜਦੋਂ ਇਹ ਗੁਰੂ ਸਾਹਿਬ ਕਿਰਪਾ ਕਰਨਗੇ, ਅੱਜ ਤਾਂ 12-12 ਫੁੱਟ ਪਾਣੀ ਫਿਰਦਾ, ਜਦੋਂ ਠੀਕ ਹੋ ਗਿਆ ਮਾਹੌਲ ਤਾਂ ਲੇਟੈਸਟ ਜਿਹੜੀ ਹੈਗੀ ਹੈ ਝੋਨੇ ਦੀ ਪਨੀਰੀ ਦਾ ਜਿਹੜਾ ਪ੍ਰਬੰਧ ਹੈ ਉਹ ਸਿੱਖ ਸੰਸਥਾਵਾਂ ਵੱਲੋਂ ਹੋ ਰਿਹਾ ਹੈ ਤਾਂ ਜੋ ਜਿਹੜਾ ਮੁੜ ਕੇ ਅਸੀਂ ਫਿਰ ਆਪਣੇ ਪੈਰਾਂ ਸਿਰ ਖੜੇ ਹੋ ਸਕੀਏ। ਜੀ। ਸੋ ਸਾਡੇ ਨਾਲ ਗੁਰਦੁਆਰਾ ਬੜੂ ਸਾਹਿਬ ਦੇ ਜਿਹੜੇ ਪ੍ਰਬੰਧਕ ਹੈਗੇ ਨੇ, ਇਹ ਸਾਰੇ ਸਿਸਟਮ ਨੂੰ ਦੇਖ ਰਹੇ ਨੇ। ਬਹੁਤ ਉਹਨਾਂ ਤੇ ਵੀ ਬਹੁਤ ਦਬਾਅ ਹੈ, ਪਰ ਮੈਨੇਜਿੰਗ ਜਿਹੜੀਆਂ ਚੀਜ਼ਾਂ ਨੇ ਬਹੁਤ ਢੰਗ ਨਾਲ ਕੀਤੀ ਜਾ ਰਹੀਆਂ ਨੇ ਜੀ। ਸਤਿ ਸ਼੍ਰੀ ਅਕਾਲ ਜੀ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ ਤੁਹਾਡਾ? ਮੇਰਾ ਗੁਰਵਿੰਦਰ ਸਿੰਘ ਜੀ। ਅੱਛਾ ਗੁਰਵਿੰਦਰ ਜੀ, ਕਿਉਂਕਿ ਤੁਸੀਂ ਸਾਰੀਆਂ ਚੀਜ਼ਾਂ ਇੱਥੇ ਦੇਖ ਰਹੇ ਹੋ, ਕਿਹੜੇ ਹਾਲਾਤਾਂ ਦੇ ਵਿੱਚ ਨੇ ਲੋਕ, ਕਿਹੜੇ ਹਾਲਾਤਾਂ 'ਚ ਤੁਹਾਨੂੰ ਫੋਨ ਕਾਲਸ ਕਰਦੇ ਨੇ, ਕੀ ਸਰਕਾਰੀ ਸਹਾਇਤਾ ਤੁਹਾਨੂੰ ਹੁਣ ਤੱਕ ਮਿਲੀ ਹੈ ਕੋਈ ਇੱਥੇ? ਦੇਖੋ ਜੀ, ਪ੍ਰਸ਼ਾਸਨ ਜਿਹੜਾ ਆ ਉਹ ਕੁਝ ਮਤਲਬ ਆਪਣੇ ਦਫ਼ਤਰਾਂ 'ਚ ਬਹਿ ਕੇ ਗਾਈਡ ਕਰ ਰਿਹਾ ਤੇ ਪਰ ਸਾਨੂੰ ਅਸੀਂ ਕਹੀਏ ਵੀ ਲੋਕਲ ਇੱਥੇ ਪ੍ਰਸ਼ਾਸਨ ਆ ਜਿਹੜਾ ਉਹਨਾਂ ਨਹੀਂ ਸਪੋਰਟ ਮਿਲ ਰਹੀ ਲੋਕਾਂ ਨੂੰ। ਦੂਜਾ ਹੈ ਵੀ ਅਸੀਂ ਸੰਤ ਅਤਰ ਸਿੰਘ ਜੀ ਮਹਾਰਾਜ ਜੀ ਦੇ ਵਰਸੋਏ ਬਾਬਾ ਤੇਜਾ ਸਿੰਘ ਜੀ, ਉਹਨਾਂ ਤੋਂ ਬਾਅਦ ਸੰਤ ਬਾਬਾ ਇਕਬਾਲ ਸਿੰਘ ਜੀ, ਜਿਨ੍ਹਾਂ ਨੇ ਫਲਵਾੜੀ ਬੜੂ ਸਾਹਿਬ ਨੂੰ ਅੱਗੇ ਵਧਾਇਆ ਆ ਤੇ ਅਸੀਂ ਬਹੁਤ ਜ਼ਿਆਦਾ ਬਾਬਾ ਜੀ ਦੇ ਰਿਣੀ ਆ ਜਿਨ੍ਹਾਂ ਨੇ ਇਹ ਬੂਟੇ ਲਾ ਕੇ ਅੱਜ ਸਾਡੇ ਵਰਗੇ ਨਿਮਾਣਿਆਂ ਬੰਦਿਆਂ ਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਿਆ। ਉਹਨਾਂ ਦੇ ਜੇ ਉਹਨਾਂ ਨੇ ਬੂਟੇ ਲਾਏ, ਅੱਗੇ ਚਲਾਇਆ ਕੰਮ। ਸੋ ਅਸੀਂ ਬਾਬਾ ਜੀ ਦਾ ਤੇ ਪੂਰੀ ਜਿਹੜੀ ਬੜੂ ਸਾਹਿਬ ਦੀ ਮੈਨੇਜਮੈਂਟ ਆ, ਡਾਕਟਰ ਦਵਿੰਦਰ ਸਿੰਘ ਜੀ ਔਰ ਕਾਕਾ ਵੀਰ ਜੀ ਤੇ ਸਾਰਿਆਂ ਦਾ ਅਸੀਂ ਬਹੁਤ ਇਸ ਗੱਲੋਂ ਰਿਣੀ ਆ ਵੀ ਜਿਹੜੇ ਸਾਡੇ ਵਰਗੇ ਨਿਮਾਣਿਆਂ ਬੰਦਿਆਂ ਨੂੰ ਅੱਗੇ ਲਾ ਕੇ ਸੇਵਾ ਮਨੁੱਖਤਾ ਦੀ ਲੈ ਰਹੇ ਆ। ਤੇ ਅਸੀਂ ਬਾਬਾ ਜੀ ਨੂੰ ਬੇਨਤੀ ਕੀਤੀ, ਜੋ ਵੀ ਸਾਨੂੰ ਵੋਟ, ਜੋ ਵੀ ਸਾਨੂੰ ਸਮਾਨ ਚਾਹੀਦਾ ਹੁੰਦਾ ਆ ਉਹ ਨਾਲ ਦੀ ਨਾਲ ਸਾਨੂੰ ਪ੍ਰੋਵਾਈਡ ਕਰਵਾਈ ਜਾਂਦੇ ਆ। ਔਰ ਅਸੀਂ ਪਾਣੀ ਦਾ ਅਸੀਂ ਪਟਿਆਲੇ ਤੋਂ ਸ਼ੁਰੂ ਹੋਏ ਸੀਗੇ ਅਰਬਨ ਸਟੇਟ ਫੇਸ 2 ਤੋਂ, ਜਦੋਂ ਉੱਥੋਂ ਪਾਣੀ ਕੁਝ ਘਟਿਆ ਫਿਰ ਅੱਗੇ ਆ ਕੇ ਜਿਹੜਾ ਸਮਾਣੇ ਦਾ ਏਰੀਆ ਸੀਗਾ ਜਿਵੇਂ ਬਾਦਸ਼ਾਹਪੁਰ ਦੇ ਆਲੇ ਦਾਲੇ ਆ, ਅਸੀਂ ਉੱਥੇ ਸਾਰਾ ਮਤਲਬ ਰੈਸਕਿਊ ਵੀ ਕੀਤਾ ਔਰ ਸਮਾਨ ਹੀ ਬਚਾਇਆ ਜੀ। ਉਸ ਤੋਂ ਬਾਅਦ ਜਦੋਂ ਉੱਥੇ ਥੋੜਾ ਪਾਣੀ ਦਾ ਘਟਿਆ ਤੇ ਸਾਰਾ ਕੁਝ ਠੀਕ ਠਾਕ ਹੋ ਗਿਆ। ਹੁਣ ਅਸੀਂ ਜਿਹੜਾ ਅੱਗੇ ਗੁਲਾੜ ਦਾ ਏਰੀਆ ਸੀ, ਅੱਜ ਅਸੀਂ ਖਨੌਰੀ ਦਾ ਏਰੀਆ ਉਹ ਅਸੀਂ ਸਾਰਾ ਕਵਰ ਕਰ ਰਹੇ ਹਾਂ। ਇਸ ਤੋਂ ਬਿਨਾਂ ਜੀ ਸਾਡੀਆਂ 4-5 ਹੋਰ ਟੀਮਾਂ ਨੇ ਜਿਹੜੀਆਂ ਉਹ ਸੁਲਤਾਨਪੁਰ ਲੋਧੀ ਦੇ ਏਰੀਏ 'ਚ ਸੰਤ ਬਾਬਾ ਸੀਚੇ ਸਿੰਘ ਦੇ ਨਾਲ ਮਿਲ ਕੇ ਉੱਥੇ ਬੰਨ ਵਗੈਰਾ ਵੀ ਲਾ ਰਹੇ ਆ ਤੇ ਸੰਗਤ ਨੂੰ ਰਾਸ਼ਨ ਪਾਣੀ ਦਾ ਜੋ ਵੀ ਪ੍ਰਬੰਧ ਸਾਰਾ ਕਰ ਰਹੇ ਆ। ਤੇ ਹੁਣ ਜਿਵੇਂ ਵੀ ਰਤੀਏ ਸਾਈਡ ਟੁੱਟ ਗਿਆ ਜੀ, ਮਤਲਬ ਘੱਗਰ, ਤੇ ਉੱਥੇ ਵੀ ਜਾ ਕੇ ਅਸੀਂ ਜੀ ਮੰਡੇਰ ਅਸੀਂ ਸਾਡੀਆਂ ਅੱਜ ਟੀਮਾਂ ਪਹੁੰਚ ਗਈਆਂ ਨੇ ਜੀ ਤੇ ਉਹ ਵੀ ਅਸੀਂ ਸਾਰਾ ਨਾਲ ਦੀ ਨਾਲ ਅੱਗੇ ਤੋਂ ਅੱਗੇ ਪ੍ਰਬੰਧ ਕਰੀ ਜਾ ਰਹੇ ਹਾਂ। ਬਹੁਤ ਬਹੁਤ ਸ਼ੁਕਰੀਆ। ਜਿਹੜਾ ਹਕੀਕਤ ਟੀਵੀ ਹੈ ਜੀ ਤੇ ਨਾਲ ਸਾਡੇ ਮਾਝੀ ਸਾਹਿਬ ਤੇ ਡਾਕਟਰ ਸਾਹਿਬ ਜਿਹੜੇ ਆਏ ਆ, ਅਸੀਂ ਬਹੁਤ ਇਹਨਾਂ ਦਾ ਰਿਣੀ ਆ ਜਿਹੜੇ ਇੱਕ ਧਰਮਾਂ ਨੂੰ ਆਪਸ ਵਿੱਚ ਜੋੜਨ ਦੀ ਇੱਕ ਬਹੁਤ ਵਧੀਆ ਉਪਰਾਲਾ ਕਰ ਰਹੇ ਆ। ਕਿਉਂਕਿ ਗੁਰੂ ਸਾਹਿਬ ਨੇ ਕਿਹਾ ਆ ਵੀ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਠੀਕ ਹੈ ਜੀ। ਸੋ ਧਰਮਾਂ ਤੋਂ ਅਸੀਂ ਉੱਪਰ ਉੱਠ ਕੇ ਇਨਸਾਨੀਅਤ ਦੇ ਉਸ 'ਚ ਆ ਕੇ ਸਾਰੀ ਲੋਕਾਈ ਦਾ ਭਲਾ ਕਰੀਏ ਤੇ ਅਸੀਂ ਇਹਨਾਂ ਦੇ ਇਸ ਗੱਲੋਂ ਬੜਾ ਰਿਣੀ ਆ ਕਿਉਂਕਿ ਅੱਜ ਲੋਕ ਪਾੜਨ ਵਾਲੇ, ਸਿਆਸਤ ਕਰਨ ਵਾਲੇ ਬਹੁਤ ਆ ਪਰ ਜੋੜਨ ਵਾਲੇ ਬਹੁਤ ਘੱਟ ਨੇ। ਕੋਈ ਵਿਰਲਾ ਜਿਹੜਾ ਜੋੜਦਾ, ਤੋੜਨ ਵਾਲੇ ਬਹੁਤ ਨੇ। ਨਫ਼ਰਤ ਦੇ ਜਿਹੜੇ ਇਹ ਹਨੇਰੇ ਨੇ, ਅਸੀਂ ਮਿਲ ਜੁਲ ਕੇ ਇੱਕ ਪਿਆਰ ਦਾ ਦੀਪ ਜਲਾਉਣ ਦੀ ਕੋਸ਼ਿਸ਼ ਕੀਤੀ ਹੈ, ਮੁਹੱਬਤ ਦਾ ਦੀਪ। ਜਦੋਂ ਚਾਰੋਂ ਪਾਸੇ ਨਫ਼ਰਤ ਫੈਲਾਈ ਜਾ ਰਹੀ ਹੈ, ਨਫ਼ਰਤ ਦੇ ਹਨੇਰੇ ਹੋਏ ਨੇ, ਤਾਂ ਕੋਈ ਤਾਂ ਹੋਵੇ ਜਿਹੜਾ ਪਿਆਰ ਦਾ ਦੀਪ ਜਲਾ ਕੇ ਇਹਦੇ 'ਚ ਰੋਸ਼ਨੀ ਕਰੇ। ਉਹੀ ਅਸੀਂ ਮਿਲ ਜੁਲ ਕੇ ਦਰਬਾਰੇ ਖਾਲਸਾ ਅਤੇ ਸਿੱਖ ਨੂੰ ਸਾਂਝਾ ਕੋਸ਼ਿਸ਼ ਕਰ ਰਹੇ ਹਾਂ।
ਕਿਉਂਕਿ ਜਿਹੜੀਆਂ ਮੁੱਢਲੀਆਂ ਸਿੱਖਿਆਵਾਂ ਨੇ ਉਹੀ ਨੇ ਵੀ ਸਾਰੀ ਜਿਹੜੀ ਲੁਕਾਈ ਹੈ ਸਾਰੀ ਇਨਸਾਨੀ ਦਾ ਰੱਬ ਦਾ ਪਰਿਵਾਰ ਹੈ। ਇੱਕ ਸੱਚਾ ਮੁਸਲਮਾਨ ਜਿਸ ਰੱਬ ਦੀ ਪੂਜਾ ਕਰਦਾ, ਇਬਾਦਤ ਕਰਦਾ, ਉਹ ਉਸ ਰੱਬ ਦੇ ਪਰਿਵਾਰ ਦੇ ਮੈਂਬਰਾਂ ਨਾਲ ਨਫ਼ਰਤ ਕਿਵੇਂ ਕਰ ਸਕਦਾ ਹੈ? ਇਹ ਸਾਡੇ ਉਹ ਲੋਕ ਨੇ ਜਿਹੜੇ ਭੈੜੇ ਲੋਕ ਸਾਡੇ 'ਚ ਨਫ਼ਰਤ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਬਾਕੀ ਜਿਹੜੀ ਇਨਸਾਨੀਅਤ ਹੈ, ਸਰਵਿਸ ਟੂ ਹਿਊਮੈਨਿਟੀ, ਸਰਵਿਸ ਟੂ ਗੋਡ, ਦੁਨੀਆ ਦੀ ਸਭ ਤੋਂ ਬੜੀ ਸੇਵਾ ਜਿਹੜੀ ਉਹ ਇਨਸਾਨੀ ਦੀ ਸੇਵਾ ਹੈ। ਤੇ ਜਿਹੜੇ ਇਹ ਮਿਲ ਜੁਲ ਕੇ ਅਸੀਂ ਬੜੂ ਸਾਹਿਬ ਦੀ ਸਹਾਇਤਾ ਨਾਲ ਨਿਭਾ ਰਹੇ ਹਾਂ ਇੱਥੇ ਖਨੌਰੀ ਏਰੀਏ 'ਚ, ਤੇ ਸਾਡੇ ਨਾਲ ਦਰਬਾਰੇ ਖਾਲਸਾ ਵਾਲੇ ਨੇ ਸਾਡੇ ਇਹ ਪ੍ਰਣ ਕੀਤਾ ਵੀ ਜਦੋਂ ਇਹ ਪਾਣੀ ਉੱਤਰ ਜਾਵੇ, ਅਗਰ ਬਿਮਾਰੀਆਂ ਦੀ ਮਹਾਮਾਰੀ ਸ਼ੁਰੂ ਹੁੰਦੀ ਹੈ ਤਾਂ ਅਸੀਂ ਮੈਡੀਸਨ ਦਾ ਵੀ ਇੱਥੇ ਕੈਂਪ ਲਾਵਾਂਗੇ, ਮਿਲ ਜੁਲ ਕੇ ਇਹਨੂੰ ਅੱਗੇ ਵਧਾਵਾਂਗੇ। ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ, ਇਹ ਨਰਵਾਣਾ ਪਾਤੜਾ ਰੋਡ ਦੇ ਉੱਤੇ ਜਿਹੜੇ ਡੇਰੇ ਹੈਗੇ ਨੇ ਉਹਨਾਂ ਡੇਰਿਆਂ ਦੇ ਵਿੱਚ ਹੋਕੇ ਦੇ ਕੇ ਆਏ ਨੇ ਸਿੱਖ ਮੁਸਲਿਮ ਸਾਂਝਾਂ ਦੀ ਟੀਮ ਹੈਗੀ ਆ, ਦਰਬਾਰੇ ਖਾਲਸਾ ਦੀ ਟੀਮ ਹੈਗੀ ਹੈ, ਗੁਰਦੁਆਰਾ ਬੜੂ ਸਾਹਿਬ ਦੇ ਜਿਹੜੇ ਵਲੰਟੀਅਰ ਹੈਗੇ ਨੇ, ਜਿਹੜੇ ਆਪ ਮੁਹਾਰੇ ਨਿਕਲ ਕੇ ਇਸ ਮੁਸੀਬਤ ਦੇ ਵੇਲੇ ਜਿਹੜਾ ਲੋਕਾਂ ਦੇ ਅਸੀਂ ਕਹਿ ਲਈਏ ਕਿ ਦੁੱਖ ਵਡਾਉਣ ਦੇ ਵਿੱਚ ਲੱਗੇ ਹੋਏ ਨੇ। ਚਾਹ ਦੀ ਸੇਵਾ, ਜਿਹੜਾ ਰਸਦ ਦੀ ਸੇਵਾ ਹੋਵੇ, ਪਾਣੀ ਦੀ ਸੇਵਾ ਹੋਵੇ, ਮੱਛਰਾਂ ਤੋਂ ਬਚਣ ਵਾਸਤੇ, ਮੱਖੀਆਂ ਤੋਂ ਬਚਣ ਵਾਸਤੇ ਦਵਾਈਆਂ ਦੀ ਜ਼ਰੂਰਤ ਹੋਵੇ, ਉਹ ਸਾਰੀਆਂ ਜਿਹੜੀਆਂ ਬੜੂ ਸਾਹਿਬ ਦੀ ਇਸ ਕਸ਼ਤੀ ਦੇ ਜ਼ਰੀਏ ਹੀ ਇਸ ਇਲਾਕੇ ਦੇ ਵਿੱਚ ਕਈ ਕਿਲੋਮੀਟਰ ਤੱਕ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਜਿਹੜਾ ਰਸਦ ਹੈਗੀ ਉਹ ਪਹੁੰਚਾਉਣ ਦਾ ਕੰਮ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ। ਸੋ ਲੋਕਾਂ ਨੂੰ ਘਰਾਂ ਦੇ ਵਿੱਚੋਂ ਆਵਾਜ਼ਾਂ ਮਾਰ ਕੇ ਜਿਹੜਾ ਰਾਸ਼ਨ ਹੈਗਾ ਪਹੁੰਚਾਇਆ ਜਾ ਰਿਹਾ। ਤੁਹਾਨੂੰ ਅਸੀਂ ਤਸਵੀਰਾਂ ਦਿਖਾਈਆਂ ਨੇ ਨਰਵਾਣਾ ਪਾਤੜਾ ਮਾਰਗ ਦੇ ਉੱਤੇ ਜਿਹੜੇ ਡੇਰੇ ਹੈਗੇ ਨੇ, ਕਈ ਕਿਲੋਮੀਟਰ ਤੱਕ ਸਿੱਖ ਮੁਸਲਿਮ ਸਾਂਝਾਂ ਤੇ ਦਰਬਾਰੇ ਖਾਲਸਾ ਦੀਆਂ ਟੀਮਾਂ ਨੇ ਜਿਹੜੀਆਂ ਉਹ ਹੋ ਕੇ ਆਈਆਂ ਨੇ। ਤੁਹਾਨੂੰ ਅਸੀਂ ਤਸਵੀਰਾਂ ਦਿਖਾਈਆਂ ਨੇ, ਟਰਾਂਸਫਾਰਮਰ ਡੁੱਬੇ ਪਏ ਨੇ, ਜਿਹੜੇ ਖੰਭੇ ਹੈਗੇ ਬਿਜਲੀ ਦੇ ਉਹ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ। ਅਜੇ ਦੇ ਵਿੱਚ ਲੋਕਾਂ ਨੂੰ ਘਰਾਂ ਦੇ ਵਿੱਚੋਂ ਆਵਾਜ਼ਾਂ ਮਾਰ ਕੇ ਜਿਹੜਾ ਰਾਸ਼ਨ ਹੈਗਾ, ਸੁੱਕਾ ਰਾਸ਼ਨ ਹੈਗਾ, ਉਹ ਮੁਹੱਈਆ ਜਿਹੜਾ ਕਰਵਾਇਆ ਜਾ ਰਿਹਾ। ਫਿਲਹਾਲ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ, ਇਹ ਤਸਵੀਰਾਂ ਨਰਵਾਣਾ ਪਾਤੜਾ ਰੋਡ ਦੀਆਂ ਨੇ। ਰਾਸ਼ਨ ਜਿਹੜਾ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੈਗੀ ਆ ਗੁਰਦੁਆਰਾ ਬੜੂ ਸਾਹਿਬ ਦੀ ਜਿਹੜੀ ਕਿਸ਼ਤੀ ਦੀ ਸੇਵਾ ਹੈ ਉਹਨਾਂ ਵੱਲੋਂ ਕੀਤੀ ਗਈ ਹੈ, ਔਰ ਦਰਬਾਰੇ ਖਾਲਸਾ ਔਰ ਸਿੱਖ ਮੁਸਲਿਮ ਸਾਂਝਾਂ ਦੇ ਜਿਹੜੇ ਲੋਕ ਹੈਗੇ ਨੇ ਉਹ ਵਲੰਟੀਅਰ ਹੈਗੇ ਨੇ ਜਿਹੜੇ ਇਸ ਵੇਲੇ ਇਸ ਜਿਹੜੀ ਲੋਕਾਂ ਦੇ ਹੜ੍ਹ ਮਾਰੇ ਲੋਕਾਂ ਦੇ ਅਸੀਂ ਕਹਿ ਲਈਏ ਕਿ ਉਹਨਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਦਾ ਜਿਹੜਾ ਉਪਰਾਲਾ ਹੈ ਉਹ ਕੀਤਾ ਜਾ ਰਿਹਾ ਹੈ। ਡਾਕਟਰ ਨਸੀਰ ਅਖਤਰ ਜੀ ਨੇ, ਉਹਨਾਂ ਦੀ ਪੂਰੀ ਟੀਮ ਹੈਗੀ ਹੈ ਇਸ ਵੇਲੇ। ਹੁਣੇ ਅਸੀਂ ਹਾਲਾਤ ਦੇਖ ਕੇ ਆਏ ਹਾਂ, ਹਾਲਾਤ ਬੜੇ ਮਾੜੇ ਨੇ, ਬਹੁਤ ਮਾੜੇ ਹਾਲਾਤ ਨੇ। ਲੋਕ ਘਰਾਂ ਦੇ ਵਿੱਚੋਂ ਬਹੁਤ ਸਾਰੇ ਥਾਵਾਂ ਦੇ ਉੱਤੇ ਘਰਾਂ ਚੋਂ ਨਿਕਲ ਕੇ ਜਾ ਚੁੱਕੇ ਨੇ। ਡਾਕਟਰ ਸਾਹਿਬ, ਹਾਲਾਤ ਬੜੇ ਭਿਆਨਕ ਹੈਗੇ ਨੇ, ਤੁਸੀਂ ਦੇਖ ਕੇ ਆਏ ਹੋ, ਕੀ ਅਪੀਲ ਕਰੋਗੇ ਸਾਰੇ ਭਿਆਨਕ ਜਿਹੜੇ ਦ੍ਰਿਸ਼ ਹੈਗੇ ਨੇ ਦੇਖਣ ਤੋਂ ਬਾਅਦ? ਮੈਂ ਇਹੀ ਅਪੀਲ ਕਰੂੰਗਾ ਵੀ ਉਹ ਪੰਜਾਬ ਜਿਹੜਾ ਸਾਰੇ ਦੇਸ਼ ਨੂੰ ਨਹੀਂ ਪੂਰੀ ਦੁਨੀਆ 'ਚ ਭੀੜ ਸਮੇਂ ਪਹੁੰਚਦਾ ਹੈ, ਉਹਨਾਂ ਦੀ ਮਦਦ ਕਰਦਾ ਹੈ। ਅੱਜ ਪੰਜਾਬ ਦੇ ਕੁਝ ਇਲਾਕੇ ਜਿਹੜੇ ਪਾਣੀ 'ਚ ਡੁੱਬੇ ਹੋਏ ਨੇ, ਸਾਨੂੰ ਪੰਜਾਬੀਆਂ ਨੂੰ, ਸਾਰੇ ਤਨਜ਼ੀਮਾਂ ਨੂੰ ਮਿਲ ਜੁਲ ਕੇ ਇੱਥੇ ਹਮਲਾ ਮਾਰਨਾ ਚਾਹੀਦਾ ਹੈ ਤਾਂ ਕਿ ਇਹਨਾਂ ਦੁਖੀ ਲੋਕਾਂ ਦੀ, ਬੇਘਰ ਹੋਏ ਲੋਕਾਂ ਦੀ, ਜਿਹੜੇ ਪਸ਼ੂ ਮਰ ਰਹੇ ਨੇ, ਪਸ਼ੂ ਚਾਰੇ ਨਹੀਂ ਭੁੱਖੇ ਨੇ, ਉਹਨਾਂ ਤੱਕ ਮਦਦ ਪਹੁੰਚਾਈ ਜਾ ਸਕੇ। ਔਰ ਇੱਕ ਜ਼ਰੂਰੀ ਹੈ, ਜਿੱਥੇ ਇੱਕ ਪਾਸੇ ਜਾਣ ਲੱਗਦਾ ਉੱਥੇ ਟਰਾਲੀਆਂ ਜਾ ਰਹੀਆਂ ਨੇ, ਉਹਦਾ ਕੋਈ ਫਾਇਦਾ ਨਹੀਂ ਸਿੱਟ ਕੇ ਆਉਂਦਾ। ਲੋਕ 10 ਦਿਨਾਂ ਦਾ ਰਾਸ਼ਨ ਇਕੱਠਾ ਕਰ ਰਹੇ ਨੇ। ਸਹੀ ਲੋਕਾਂ ਤੱਕ ਚੀਜ਼ ਪਹੁੰਚਾਈ ਜਾਵੇ ਤਾਂ ਹੀ ਇਹਦਾ ਫਾਇਦਾ ਹੋ ਸਕਦਾ ਹੈ। ਤੇ ਮੈਂ ਮੇਰੇ ਕੋਲ ਤਨਜ਼ੀਮਾਂ ਜਿਹੜੀ ਸਾਡੀਆਂ ਬਹੁਤ ਸਾਰੀਆਂ ਉੱਠੀਆਂ ਸਾਡੇ ਜਾਣ ਤੋਂ ਬਾਅਦ, ਉਹਨਾਂ ਨੂੰ ਵੀ ਅਪੀਲ ਕਰੂੰਗਾ ਵੀ ਉਹ ਮਿਲ ਜੁਲ ਕੇ ਇਸ ਭੀੜ ਦੇ ਸਮੇਂ ਜਿਹੜੇ ਸਾਡੇ ਪੰਜਾਬ ਤੇ ਪਈ ਹੈ ਮਿਲ ਜੁਲ ਕੇ ਹਮਲਾ ਮਾਰਨ। ਕੋਈ ਵੱਡੀ ਗੱਲ ਨਹੀਂ ਹੈ, ਪੰਜਾਬ ਤਾਂ ਦੇਣ ਵਾਲਾ ਹੱਥ ਹੈ, ਪੂਰੀ ਦੁਨੀਆ ਨੂੰ ਵੰਡਦਾ ਹੈ। ਅੱਜ ਇਹਦੇ ਪਰ ਭੀੜ ਪਈ ਹੈ, ਕੋਈ ਨਹੀਂ ਆਇਆ ਹੈਗਾ, ਕੋਈ ਦੇਖਿਆ ਗਿਆ ਪੰਜਾਬ ਵਾਸਤੇ ਕੌਣ ਖੜ ਰਿਹਾ ਅੱਜ, ਤੇ ਪੰਜਾਬ ਤਾਂ ਆਪਣੀਆਂ ਫਿਰ ਵੀ ਜ਼ਰੂਰਤਾਂ ਪੂਰੀਆਂ ਕਰ ਲੂਗਾ। ਤੇ ਸਾਰੇ ਪੰਜਾਬੀਆਂ ਨੂੰ ਬਾਰ-ਬਾਰ ਅਪੀਲ ਕਰਾਂਗੇ, ਪੂਰੇ ਪੰਜਾਬ ਦੇ ਲੋਕ ਇਕੱਠੇ ਹੋ ਕੇ ਇਹਨਾਂ ਲੋਕਾਂ ਦੀ ਮਦਦ ਕਰਨ ਔਰ ਸਹਿਯੋਗ ਦੇਣ ਤਾਂ ਕਿ ਇਸ ਕੁਦਰਤੀ ਆਫਤ ਤੋਂ ਅਸੀਂ ਜਿੱਤ ਸਕੀਏ। ਬਹੁਤ ਧੰਨਵਾਦ ਜੀ। ਸੋ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਸਾਡੇ ਨਾਲ ਪੱਤਰਕਾਰ ਭਾਈ ਸਾਹਿਬ ਨੇ ਇੱਕ, ਕੀ ਨਾਂ ਜੀ ਤੁਹਾਡਾ? ਹਰਜੀਤ ਸਿੰਘ ਸਿੱਧੂ। ਹਰਜੀਤ ਜੀ, ਤੁਸੀਂ ਸਾਰੇ ਏਰੀਆ ਦੇ ਵਿੱਚ ਘੁੰਮ ਰਹੇ ਹੋ, ਕਿਹੋ ਜਿਹੇ ਹਾਲਾਤ ਨੇ? ਪੱਤਰਕਾਰ ਦੀ ਨਜ਼ਰ ਤੋਂ ਹਾਲਾਤ ਕਿਹੋ ਜਿਹੇ ਨੇ ਇੱਥੇ? ਜੇਕਰ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਹਾਲਾਤ ਬਦ ਤੋਂ ਬੱਤਰ ਹੁੰਦੇ ਜਾਂਦੇ ਨੇ, ਕਿਉਂ ਕਰਕੇ ਜਦੋਂ ਬਾੜ ਸ਼ੁਰੂ ਹੋਈ ਸੀ ਸੰਗਰੂਰ ਪ੍ਰਸ਼ਾਸਨ ਜਾਂ ਸਰਕਾਰਾਂ ਵੱਲੋਂ ਜੇਕਰ ਘੱਗਰ ਦਰਿਆ ਦੀ ਗੱਲ ਕੀਤੀ ਜਾਵੇ ਤਾਂ ਘੱਗਰ ਦਰਿਆ ਦੇ ਜੋ ਕੰਢੇ ਸੀ ਉਹਨਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਸੀ ਕਈ ਦਿਨਾਂ ਤੋਂ। ਡਿਪਟੀ ਕਮਿਸ਼ਨਰ ਸੰਗਰੂਰ, ਐਸਐਸਪੀ ਸੰਗਰੂਰ ਜਾਂ ਫਿਰ ਹੋਰ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਲਗਾਤਾਰ ਉਹਨਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਜੁਟੇ ਸੀ, ਪਰ ਕਹਿੰਦੇ ਹੁੰਦੇ ਨੇ ਕਿ ਕੁਦਰਤ ਅੱਗੇ ਕਿਸੇ ਦੀ ਨਹੀਂ ਚੱਲਦੀ। ਸ਼ਾਇਦ ਇਹੀ
ਨਤੀਜਾ ਕਿ ਕੁਦਰਤ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਜੇਕਰ ਇਸ ਪਾਤਣਾ, ਖਨੌਰੀ, ਮੂਣਕ ਇਹਨਾਂ ਦੀ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਪੂਰੀ ਤਰ੍ਹਾਂ ਪਿੰਡ ਪ੍ਰਭਾਵਿਤ ਨਜ਼ਰ ਆਉਂਦੇ ਨੇ। ਇਹਨਾਂ ਦੀ ਜੋ ਲਿੰਕ ਸੜਕਾਂ ਨੇ ਜਾਂ ਫਿਰ ਹਾਈਵੇ ਨੇ ਉਹਨਾਂ ਤੋਂ ਸੰਪਰਕ ਟੁੱਟ ਚੁੱਕੇ ਨੇ। ਇੱਥੇ ਵੀ ਖੜੇ ਅਸੀਂ ਮੁਸਕ ਮਾਰ ਰਹੇ ਹਾਂ, ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਚਾਹੀਦਾ, ਇੱਥੇ ਸਿਰਫ ਸਮਾਜ ਸੇਵੀ ਲੋਕ ਦਿਖਾਈ ਦਿੰਦੇ ਨੇ, ਨਾ ਕਿ ਕੋਈ ਪ੍ਰਸ਼ਾਸਨ ਦਾ ਉੱਚ ਅਧਿਕਾਰੀ। ਅੱਛਾ, ਇੱਕ ਗੱਲ ਹੋਰ ਦੱਸੋ, ਇਸ ਵੇਲੇ ਤੁਸੀਂ ਸਾਰੇ ਏਰੀਆ ਨੂੰ ਕਵਰ ਕਰ ਰਹੇ ਹੋ, ਸਭ ਤੋਂ ਵੱਧ ਕਿਸ ਚੀਜ਼ ਦੀ, ਕਿਹੜੇ ਏਰੀਆ ਦੇ ਵਿੱਚ ਜਿਹੜੀ ਜ਼ਰੂਰਤ ਹੈ ਤੁਹਾਨੂੰ? ਪੂਰਾ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਬੈਠੇ ਪੰਜਾਬੀ ਵੇਖ ਰਹੇ ਨੇ ਜੀ। ਬਿਲਕੁਲ, ਜੇਕਰ ਏਰੀਆ ਦੀ ਗੱਲ ਕੀਤੀ ਜਾਵੇ, ਮੂਣਕ ਦੇ ਲਾਗੇ ਹਾਂਡਾ ਪਿੰਡ ਆ ਤੇ ਭੈਣੀ ਸੁਖਰਾਜ ਭੈਣੀ ਆ, ਜਾਂ ਫਿਰ ਮੰਡਵੀ ਦੀ ਗੱਲ ਕੀਤੀ ਜਾਵੇ, ਫੂਲਦ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਵਿੱਚ ਪਿਛਲੇ 3 ਦਿਨਾਂ ਤੋਂ ਪਾਣੀ ਹੀ ਪਾਣੀ ਨਜ਼ਰ ਆਉਂਦਾ। ਜੇਕਰ ਤੁਸੀਂ ਆਖੋ ਟਰੈਕਟਰ ਵਾਲੀ ਨਹੀਂ ਜਾ ਸਕਦੀ, ਸਿਰਫ ਉੱਥੇ ਕਿਸ਼ਤੀ ਜਾ ਸਕਦੀ ਆ। ਕਿ ਮੈਂ ਸਮਾਜ ਸੇਵੀਆਂ ਨੂੰ ਕਹਿਣਾ ਚਾਹੁੰਦਾ, ਜਿਸ ਤਰ੍ਹਾਂ ਸੰਗਰੂਰ ਤੋਂ ਵਪਾਰ ਮੰਡਲ ਦੇ ਪ੍ਰਧਾਨ ਜਸਵਿੰਦਰ ਪ੍ਰਿੰਸ ਆਏ ਨੇ ਆਪਣੇ ਸਾਥੀਆਂ ਨਾਲ ਵੱਡਾ ਰਾਸ਼ਨ ਲੈ ਕੇ, ਅਜਿਹੇ ਸਮਾਜ ਸੇਵੀਆਂ ਨੂੰ ਕਹਿਣਾ ਚਾਹੁੰਦਾ ਕਿ ਉਹ ਅਜਿਹੇ ਪਿੰਡਾਂ ਤੱਕ ਪਹੁੰਚ ਕਰਨ ਜਿੱਥੇ ਤੱਕ ਹਾਲੇ ਤੱਕ ਕੋਈ ਵੀ ਨਹੀਂ ਪਹੁੰਚਿਆ। ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਅਸੀਂ ਇੱਕ ਪੱਤਰਕਾਰ ਦੀ ਨਜ਼ਰ ਤੋਂ ਵੀ ਤੁਹਾਨੂੰ ਸੁਣਵਾਇਆ ਕਿ ਕਿਸ ਤਰੀਕੇ ਨਾਲ ਇਸ ਇਲਾਕੇ ਦੇ ਵਿੱਚ ਜਿਹੜੀਆਂ ਜ਼ਰੂਰਤਾਂ ਨੇ, ਬੜੀ ਦੂਰ ਦੂਰ ਤੱਕ, ਬਹੁਤ ਦੂਰ ਦੂਰ ਤੱਕ ਜਿਹੜੇ ਡੇਰੇ ਹੈਗੇ ਨੇ, ਕਈ ਕਿਲੋਮੀਟਰ ਤੱਕ ਇੱਥੇ ਹੈ। ਬਹੁਤ ਸਾਰੇ ਪਰਿਵਾਰ ਤਾਂ ਇੱਥੋਂ ਨਿਕਲ ਚੁੱਕੇ ਨੇ ਰੱਬ ਦੇ ਸਹਾਰੇ ਛੱਡ ਕੇ। ਹਰ ਚੀਜ਼, ਕਰੋੜਾਂ ਰੁਪਏ ਦੀਆਂ ਕੋਠੀਆਂ ਜਿਹੜੀਆਂ ਉਹਨਾਂ ਦੇ ਵਿੱਚ ਪਾਣੀ ਖੜਾ ਹੈ। ਕੰਬਾਈਨਾਂ ਹੋਣ, ਟਰੈਕਟਰ ਹੋਣ, ਏਸੀ ਹੋਣ, ਫਰਿੱਜ ਹੋਣ, ਜਿਹੜੀਆਂ ਵੀ ਰੋਜ਼ਾਨਾ ਜ਼ਰੂਰਤ ਦੀਆਂ ਚੀਜ਼ਾਂ ਹੈਗੀਆਂ ਨੇ ਉਹ ਪਾਣੀ ਦੇ ਵਿੱਚ ਤਹਿਸ ਨਹਿਸ ਹੋ ਚੁੱਕੀਆਂ ਨੇ। ਸੋ ਇਸ ਵੀਡੀਓ ਜ਼ਰੀਏ ਅਸੀਂ ਵੀ ਇਹੀ ਅਪੀਲ ਕਰਦੇ ਹਾਂ ਕਿ ਉਹਨਾਂ ਡੇਰਿਆਂ ਤੱਕ ਜ਼ਰੂਰ ਪਹੁੰਚ ਕੀਤੀ ਜਾਵੇ, ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚ ਕੀਤੀ ਜਾਵੇ ਜਿਹੜੇ ਲੋਕ ਪਿੰਡਾਂ ਦੇ ਵਿੱਚੋਂ ਨਾ ਹੋ ਕੇ ਬਾਹਰ ਵੱਲ ਖੇਤਾਂ ਦੇ ਵਿੱਚ ਆਪਣਾ ਘਰ ਬਣਾਈ ਬੈਠੇ ਨੇ। ਕਾਸਿਫ ਫਾਰੂਕੀ, ਹਕੀਕਤ ਟੀਵੀ ਪੰਜਾਬੀ, ਪਾਤੜਾ।